ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਪਹਿਲੀ ਸ਼ਤਾਬਦੀ 100 ਸਾਲ ਦੇ ਚਲਦੇ ਪਿੰਡ ਗੋਦਰਪੁਰ ਵਿਖੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ। ਐਸਜੀਪੀਸੀ ਵੱਲੋਂ ਇੱਥੇ ਵਿਸ਼ਾਲ ਇਸਤਰੀ ਗੁਰਮਤਿ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਸਿੱਖ ਇਸਤਰੀਆਂ ਅਤੇ ਕੀਰਤਨ ਜਥੇ ਸ਼ਾਮਿਲ ਹੋਏ। ਇਸ ਦੇ ਚਲਦਿਆਂ ਸਮਾਗਮ ਦੇ ਵਿੱਚ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਦੇ ਨਾਲ ਹੀ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇਸ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ। ਜਿੱਥੇ ਉਹਨਾਂ ਇਸ ਸਾਕੇ ਦੇ ਇਤਿਹਾਸ ਬਾਰੇ ਦੱਸਿਆ, ਉੱਥੇ ਹੀ ਉਹਨਾਂ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਇਜਾਜ਼ਤ ਨਾ ਦੇਣ ਤੇ ਇੱਕ ਵਾਰ ਫਿਰ ਸਵਾਲ ਚੁੱਕੇ ਅਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਇੱਕ ਦਿਨ ਰਹਿ ਚੁੱਕਿਆ ਅਤੇ ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਅਤੇ ਇਤਿਹਾਸ ਦੀਆਂ ਪੁਸਤਕਾਂ ਵੀ ਭੇਜੀਆਂ, ਲੇਕਿਨ ਕੋਈ ਜਵਾਬ ਨਹੀਂ ਆਇਆ ਅਤੇ ਉਹਨਾਂ ਨੂੰ ਕੋਈ ਆਸ ਵੀ ਨਹੀਂ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਵੀ ਫੈਸਲਾ ਲਿਆ ਗਿਆ ਕਿ ਕੱਲ ਪਿੰਡ ਗੋਦਰਪੁਰ ਵਿਖੇ ਸਾਕਾ ਸ੍ਰੀ ਨਨਕਾਣਾ ਸਾਹਿਬ ਸ਼ਤਾਬਦੀ ਨੂੰ ਇੱਕ ਵਿਸ਼ਾਲ ਧਾਰਮਿਕ ਸਮਾਗਮ ਹੋਵੇਗਾ ਅਤੇ ਗੋਦਰਪੁਰ ਸਮਾਗਮ ਦੀ ਸਮਾਪਤੀ ਉਪਰੰਤ ਸ਼ਾਮ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ। ਆਓ ਸੁਣਦੇ ਹਾਂ ਕੀ ਕਹਿਣਾ ਹੈ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਦਾ। बहुत ही इतिहासक दिहाड़ा साडे वास्ते, खास करके सिख कौम लई ते श्रोमणी गुरुद्वारा प्रबंधक कमेटी श्रोमणी अकाली दल वास्ते ਜਿਹੜੀਆਂ ਸਾਡੇ महान शहीदां ने कुर्बानियां कीतियां ते खास तौर ते उत्ते ਜਿਹੜੇ ਮੋਹਰੀ बन के जथे लैके गए सी भाई लक्ष्मण सिंह जी धारोवाली वर्गे, सरदार करतार सिंह जी झब्बर वर्गे, सरदार तेजा सिंह जी वर्गे, सरदार टहल सिंह जी वर्गे, सरदार दिलीप सिंह जी वर्गे ਜਿਹੜੇ ਜਥਿਆਂ ਦੇ रूप में आगू बन के गए सी ते उन्हां दे नाल सैकड़ों की गिनती ਵਿੱਚ ਸਾਡੇ ਬਜ਼ੁਰਗਾਂ ਨੇ ਉੱਥੇ ਸ਼ਹੀਦੀਆਂ ਪਾ ਦਿੱਤੀਆਂ। ਕਾਹਦੇ ਵਾਸਤੇ ਪਾਈਆਂ ਕਿ ਜੋ ਗੁੰਡਾਗਰਦੀ ਨਨਕਾਣਾ ਸਾਹਿਬ ਦੇ ਗੁਰਦੁਆਰਾ 'ਚ ਹੋ ਰਹੀ ਸੀ, ਜੋ ਉੱਥੇ ਬਦਮਾਸ਼ੀ ਹੋ ਰਹੀ ਸੀ, ਜੋ ਉੱਥੇ ਧੀਆਂ ਭੈਣਾਂ ਦੀ ਅਸ਼ਲੀਲ ਹਰਕਤ ਕੀਤੀ ਜਾਂਦੀ ਸੀ, ਜੋ ਸਾਡਾ ਉੱਥੇ ਗੁਰਮਤਿ ਦਾ ਕਲਚਰ ਸੀ ਉਹਨੂੰ ਖਤਮ ਕੀਤਾ ਜਾ ਰਿਹਾ ਸੀ ਔਰ ਉਹ ਅੰਗਰੇਜ਼ਾਂ ਦੇ ਪਿੱਠੂ ਉਹ ਮਸੰਦ ਜਿਹੜੇ ਸਨ ਉੱਥੋਂ ਕੇਵਲ ਤੇ ਕੇਵਲ ਪੈਸਾ ਇਕੱਠਾ ਕਰਕੇ ਅੰਗਰੇਜ਼ਾਂ ਤੱਕ ਪਹੁੰਚਾਉਂਦੇ ਸਨ। ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤੇ ਉੱਥੇ ਜਾ ਕੇ ਸਾਡੇ ਕੌਮ ਦੇ ਮਹਾਨ ਸ਼ਹੀਦਾਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ। ਜਿਸ ਢੰਗ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਦਿਲ ਕੰਬਾਊ ਇੱਕ ਘਟਨਾ ਬਣ ਜਾਂਦੀ ਹੈ, ਕਿਉਂਕਿ ਪਹਿਲਾਂ ਤੇ ਗੋਲੀਆਂ ਨਾਲ ਭੁੰਨ ਦੇਣਾ, ਫਿਰ ਉਹਨਾਂ ਦੇ ਅੰਗ ਕੱਟ ਕੇ ਢੇਰ ਲਾ ਕੇ ਉਹਨਾਂ ਦੀਆਂ ਲਾਸ਼ਾਂ ਇਕੱਠੀਆਂ ਕਰਕੇ ਫਿਰ ਜਿੰਦਾ ਸਾੜਨੀਆਂ ਤੇ ਵੱਡੇ ਤੋਂ ਲੈ ਕੇ ਛੋਟੇ ਬੱਚੇ ਨੂੰ ਨਹੀਂ ਬਖਸ਼ਿਆ। 8 ਸਾਲ ਦਾ ਬੱਚਾ ਦਰਬਾਰਾ ਸਿੰਘ ਜਿਹੜਾ ਉੱਥੇ ਸ਼ਹੀਦ ਕਰ ਦਿੱਤਾ ਗਿਆ ਤੇ ਕਹਿੰਦੇ ਜਦੋਂ ਲਾਸ਼ਾਂ ਇਕੱਠੀਆਂ ਕਰ ਰਹੇ ਸਨ ਤੇ ਉਹਦਾ ਦਾਦਾ ਕਹਿੰਦਾ ਕਿ ਬਾਕੀ ਵੀ ਮੇਰੇ ਪੁੱਤ ਦੀਆਂ ਉਂਗਲਾਂ ਲੱਭ ਗਈਆਂ ਤੇ ਕਿਤੇ ਛੋਟੀਆਂ ਦੇਖਿਓ ਮੇਰੇ ਪੋਤਰੇ ਦੀ ਵੀ ਕੋਈ ਉਂਗਲ ਦਿਸਦੀ ਕਿ ਨਹੀਂ ਦਿਸਦੀ। ਆਪਣੇ ਪੋਤਰੇ ਦੀਆਂ ਉਂਗਲਾਂ ਲੱਭਦਾ ਫਿਰਦਾ ਸੀ ਕਿ ਮੇਰੇ ਛੋਟੀਆਂ ਉਂਗਲਾਂ ਮੇਰੇ ਪੋਤਰੇ ਦੀਆਂ ਹੋਣੀਆਂ। ਸੋ ਇਹੋ ਜਿਹਾ ਸੀਨ ਜਦੋਂ ਅਸੀਂ ਆਪਣੀਆਂ ਅੱਖਾਂ ਸਾਹਮਣੇ ਲਿਆਉਂਦੇ ਹਾਂ ਤੇ ਸੱਚੀ ਜਾਣਿਓ ਧਰਤੀ ਪੈਰਾਂ ਥੱਲੋਂ ਨਿਕਲ ਜਾਂਦੀ ਹੈ ਤੇ ਗੌਰਵਮਈ ਇਤਿਹਾਸ ਉੱਤੇ ਮਾਣ ਵੀ ਹੁੰਦਾ ਹੈ ਕਿ ਸਾਡਾ ਇਤਿਹਾਸ ਐਡਾ ਗੌਰਵਮਈ ਹੈ ਕਿ ਸਾਡੀ ਕੌਮ ਕਦੀ ਕਮਜ਼ੋਰ ਨਹੀਂ ਹੋ ਸਕਦੀ ਜੇ ਆਪਣੇ ਇਤਿਹਾਸ ਨੂੰ ਵਾਰ-ਵਾਰ ਦੁਹਰਾਉਂਦੀ ਰਹੇ ਤੇ ਆਪਣੇ ਇਤਿਹਾਸਕ ਦਿਹਾੜੇ ਨੂੰ ਮਨਾਉਂਦੀ ਰਹੇ। ਸੋ 100 ਸਾਲ ਹੋ ਗਿਆ ਇਸ ਇਤਿਹਾਸਕ ਦਿਹਾੜੇ ਨੂੰ, ਉਸ ਨੂੰ ਅਸੀਂ ਸੰਸਾਰ ਪੱਧਰ ਦੇ ਉੱਤੇ ਜਾਗਰੂਕ ਇਸ ਲਈ ਕੀਤਾ ਕਿ ਕੌਮ ਦੇ ਵਾਰਸੋ ਤੁਹਾਡੇ ਬਜ਼ੁਰਗਾਂ ਨੇ ਇਸ ਸਿੱਖੀ ਦੀ ਫੁਲਵਾੜੀ ਨੂੰ ਆਪਣੇ ਖੂਨ ਨਾਲ ਸਿੰਜਿਆ ਸੀਗਾ, ਆਪਣੇ ਸੀਨੇ ਦੀ ਮਿੱਝ ਪਾ ਕੇ ਖੁਰਾਕ ਦਿੱਤੀ ਸੀ। ਕਿਤੇ ਵੇਖਿਓ ਅਵੇਸਲੇ ਨਾ ਹੋ ਜਾਇਓ, ਆਪਣੀ ਕੌਮ ਦੀ ਬਦਨਾਮੀ ਨਾ ਕਰਾਇਓ। ਆਪਣੀ ਕੌਮ ਜੂਝਦੀ ਰਹੀ ਹੈ, ਆਪਣੀ ਕੌਮ ਨੂੰ ਇਸ ਤਰ੍ਹਾਂ ਬਲਵਾਨ ਰੱਖਿਓ। ਤੇ ਮੈਂ ਸਮਝਦੀ ਹਾਂ ਕਿ ਇਤਿਹਾਸ ਗਵਾਹ, ਇਤਿਹਾਸ ਆਪਣੇ ਆਪ ਨੂੰ ਸਮੇਂ ਨਾਲ ਦੁਹਰਾਉਂਦਾ ਹੈ। ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕਿਸਾਨਾਂ ਦਾ ਮੋਰਚਾ ਲੱਗਾ ਦਿੱਲੀ ਦੇ ਵਿੱਚ, ਉੱਥੇ ਸਭ ਤੋਂ ਅੱਗੇ ਹੋ ਕੇ ਜੇ ਉੱਥੇ ਕੁਰਬਾਨੀ ਕਰ ਰਹੇ ਆ ਵੱਡੀ ਗਿਣਤੀ ਵਿੱਚ ਤੇ ਪੰਜਾਬੀ ਕਰ ਰਹੇ ਆ, ਸੂਰਮੇ ਕਰ ਰਹੇ ਆ, ਖਾਸ ਕਰਕੇ ਸਿੱਖ ਹੀ ਸਿੱਖ ਨਜ਼ਰ ਆਉਂਦੇ ਆ। ਇਹਦਾ ਮਤਲਬ ਜਦੋਂ ਅਣਖ ਤੇ ਗੈਰਤ ਨੂੰ ਕਦੇ ਹੱਥ ਪੈ ਜਾਏ ਉਸ ਵੇਲੇ ਪੰਜਾਬੀ ਤੇ ਇਹ ਸਿੱਖ ਜਿਹੜੇ ਆ ਉਹ ਕਦੇ ਅੱਗੇ ਨਹੀਂ ਹੁੰਦੇ। ਕੀ ਕਾਰਨ ਰਹਿ ਜਾਂਦਾ ਫਿਰ ਇੰਨੀਆਂ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਨੇ ਦੇਸ਼ ਵਾਸਤੇ ਵੀ, ਆਪਣੀ ਕੌਮ ਵਾਸਤੇ ਵੀ, ਦੂਸਰੀਆਂ ਕੌਮਾਂ ਵਾਸਤੇ ਵੀ, ਪਰ ਜਿਹੜੀਆਂ ਸਰਕਾਰਾਂ ਨੇ ਮੌਜੂਦਾ ਜਾਂ ਪਿਛਲੀਆਂ ਸਰਕਾਰਾਂ ਨੇ ਉਹ ਪੰਜਾਬੀਆਂ ਨੂੰ ਪਿੱਛੇ ਪਾ ਜਾਂਦੀਆਂ ਨੇ, ਇਗਨੋਰ ਕਰ ਜਾਂਦੀਆਂ। ਇਹ ਸਰਕਾਰਾਂ ਦੀ ਮਾੜੀ ਸੋਚ ਹੈ, ਇਹ ਬੇਇਨਸਾਫੀ ਦਾ ਇਤਿਹਾਸ ਸਮੇਂ ਨਾਲ ਚੱਲਦਾ ਰਿਹਾ। ਅਸੀਂ ਆਪਣਾ ਕੰਮ ਕਰਨਾ ਹੈ, ਅਸੀਂ ਆਪਣੀ ਡਿਊਟੀ ਕਰਨੀ ਹੈ, ਅਸੀਂ ਆਪਣਾ ਗੌਰਵਮਈ ਇਤਿਹਾਸ ਦੁਹਰਾਉਂਦੇ ਰਹਿਣਾ। ਸਰਕਾਰਾਂ ਨੇ ਜਿਸ ਤਰ੍ਹਾਂ ਮੁਗਲਾਂ ਨੇ ਜ਼ੁਲਮ ਕੀਤੇ, ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਕੀਤੇ ਹੈ, ਕਿਉਂਕਿ ਸਿੱਖ ਕੌਮ ਇੱਕ ਜਾਗਦੀ ਜੋਤ ਹੈ। ਜਿਹੜਾ ਦੀਵਾ ਜਗਦਾ ਹੋਏਗਾ, ਜਿਹੜੀ ਲਾਲਟਨ ਜਗਦੀ ਹੋਏਗੀ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰਨਗੇ ਤੇ ਇਹਨੂੰ ਤਾਂ ਅਹਿਮਦ ਸ਼ਾਹ ਅਬਦਾਲੀ ਨਹੀਂ ਬੁਝਾ ਸਕਿਆ, ਇਹਨੂੰ ਮੁਗਲ ਨਹੀਂ ਬੁਝਾ ਸਕੇ ਤੇ ਇਹ ਕੌਣ ਹੁੰਦੇ ਵਿਚਾਰੇ। ਜਦੋਂ ਉਦੋਂ ਨਹੀਂ ਸਿੱਖ ਤੇ ਮਰੇ ਜਦੋਂ ਕਿ ਸਿੱਖ ਜਿਹੜੇ ਘੋੜਿਆਂ ਚੜ੍ਹ ਕੇ ਜੰਗਲਾਂ ਵਿੱਚ ਰਹਿੰਦੇ ਸੀਗੇ, ਪੱਤੇ ਖਾ ਗੁਜ਼ਾਰਾ ਕਰਦੇ ਸੀ। ਹੁਣ ਦੇ ਸਿੰਘ ਬੜੀ ਵੱਡੀ ਗਿਣਤੀ 'ਚ ਔਰ ਇੱਥੋਂ ਤੱਕ ਕਿ ਅਸੀਂ ਉਹਨਾਂ ਨੂੰ ਮੈਂ 8 ਕਿਤਾਬਾਂ ਵੀ ਭੇਜੀਆਂ ਕਿ ਇਹ ਇਤਿਹਾਸ ਇੱਕ ਵਾਰੀ ਫਿਰ ਨਜ਼ਰਸਾਨੀ ਕਰ ਲਓ, ਇਸ ਇਤਿਹਾਸ ਨੂੰ ਵੇਖ ਲਓ
ਕਿ ਜਿਹੜੀ ਅਸੀਂ ਮੰਗ ਰੱਖੀ ਹੈ ਉਹ ਜਾਇਜ਼ ਸੀ ਕਿ ਨਹੀਂ ਸੀ ਜਾਇਜ਼। ਇਹ ਸਾਡਾ ਇਤਿਹਾਸ ਕਿੰਨਾ ਗੌਰਵਮਈ ਹੈ, ਉਹ ਇਹ ਸਾਕਾ 100 ਸਾਲਾ ਮਨਾਉਣਾ ਸਾਡੇ ਲਈ ਕਿੰਨਾ ਜ਼ਰੂਰੀ ਸੀ। ਜੇ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਇਨਜਸਟਿਸ ਕੀਤਾ ਸਾਡੇ ਨਾਲ, ਤੇ ਇਹ ਪੜ੍ਹ ਕੇ ਵੇਖ ਲਿਓ ਕਿ ਸਾਡਾ ਇਤਿਹਾਸ ਇਹ ਮੰਗ ਕਰਦਾ ਹੈ ਕਿ ਅਸੀਂ ਜਾ ਕੇ ਉੱਥੇ ਸਿਜਦਾ ਕਰ ਸਕੀਏ। ਕੱਲ ਨੂੰ ਸਾਰਾ ਖਾਲਸਾ ਪੰਥ ਪਹੁੰਚ ਰਿਹਾ ਹੈ। ਦੇਖੋ ਇਹ ਕੋਈ ਸਿਆਸੀ ਰੰਗ ਨਹੀਂ ਇਹਦੇ 'ਚ। ਮੈਂ ਇਸ ਸਮਾਗਮ ਦੇ ਵਿੱਚ ਸਭ ਨੂੰ ਬੇਨਤੀ ਕੀਤੀ ਸਾਂਝੇ ਤੌਰ ਦੇ ਉੱਤੇ, ਪ੍ਰਧਾਨ ਸਾਹਿਬ ਜੀ ਦਾ ਵੀ ਫੋਨ ਆਇਆ ਸੀ ਵੀ ਕੱਲ ਨੂੰ ਮੈਂ ਵੀ ਸਿਜਦਾ ਕਰਨ ਆਵਾਂਗਾ, ਮੱਥਾ ਟੇਕਾਂਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਉਹ ਆਪਣਾ ਫਰਜ਼ ਸਮਝਦੇ ਹੋਇਆ ਕੱਲ ਨੂੰ ਮੱਥਾ ਟੇਕਣ ਵੀ ਆਉਣਗੇ, ਬਾਣੀ ਵੀ ਸਰਵਣ ਕਰਨਗੇ। ਬਾਕੀ ਵੀ ਸਾਰੇ ਕੌਮ ਦੇ ਮਹਾਨ ਪੰਥ ਸੇਵਾਦਾਰ ਭਾਵੇਂ ਕਿਸੇ ਵੀ ਪਾਰਟੀ ਦੇ ਹੁਣ, ਮੈਂ ਸਭਨਾਂ ਨੂੰ ਬੇਨਤੀ ਕਰਦੀ ਹੈ ਕਿ ਆਓ ਸਾਰੇ ਉਸ ਮਹਾਨ ਸ਼ਹੀਦਾਂ ਨੂੰ ਨਮਸਕਾਰ ਕਰੋ। ਇਹਨਾਂ ਸਮਿਆਂ ਦੇ ਉੱਤੇ ਕੋਈ ਪਾਰਟੀਬਾਜ਼ੀ ਨਾ ਸਮਝਿਆ ਕਰੋ, ਕੋਈ ਵਿਤਕਰਾ ਨਾ ਸਮਝਿਆ ਕਰੋ, ਮਤਭੇਦ ਭੁਲਾ ਦਿਆ ਕਰੋ। ਜੇ ਅਸੀਂ ਮਤਭੇਦ ਭੁਲਾ ਕੇ ਸਿੰਘਾਂ ਨੂੰ, ਆਪਣੇ ਨੂੰ, ਸ਼ਹੀਦਾਂ ਨੂੰ ਯਾਦ ਕਰਾਂਗੇ, ਸਾਡੇ ਉੱਤੇ ਗੁਰੂ ਦੀ ਬਖਸ਼ਿਸ਼ ਹੋਏਗੀ। ਚੜ੍ਹਦੀ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ।